ਸਤਿ ਸ੍ਰੀ ਅਕਾਲ, ਨਿਊਨ ਪ੍ਰਣਾਮ, ਨਮਸਕਾਰ। ਮੈਂ ਬਿਸ਼ਨੋਈ ਮਹਿੰਦਰ ਤੁਹਾਡਾ ਸਾਰਿਆਂ ਦਾ ਮਾਈਂਡਸੈਟ ਈ ਲਰਨਿੰਗ ਦੇ ਡਿਜੀਟਲ ਪਲੇਟਫਾਰਮ ਤੇ ਹਾਰਦਿਕ ਸਵਾਗਤ ਅਤੇ ਅਭਿਨੰਦਨ ਕਰਦਾ। ਅੱਜ ਦੀ ਕਲਾਸ ਬਹੁਤ ਮਹੱਤਵਪੂਰਨ ਕਲਾਸ ਹੋਣ ਜਾ ਰਹੀ ਹੈ। ਅੱਜ ਜੋ ਆਪਾਂ ਪੂਰਾ ਪੜਾਂਗੇ ਬੇਟਾ ਉਹ ਕੈਟਲੌਗ ਸਿਸਟਮ ਦੇ ਵਿੱਚ ਆਪਾਂ ਪੜਾਂਗੇ। ਕੈਟਲੌਗ ਦੇ ਵਿੱਚ ਇਹੋ ਜਿਹੇ ਮੈਂ ਤੁਹਾਨੂੰ ਨਵੇਂ ਕੈਟਲੌਗ ਕੋਡ ਵੀ ਇਸ ਕਲਾਸ ਦੇ ਵਿੱਚ ਦੱਸਾਂਗਾ ਜੋ ਆਏ ਹਨ ਅਤੇ ਕੈਟਲੌਗਾਂ ਦੇ ਸੰਬੰਧਿਤ ਜੋ ਕੁਐਸਚਨ ਹੈ ਉਹ ਹਰ ਇੱਕ ਐਗਜ਼ਾਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ, ਕਿਉਂਕਿ ਲਗਭਗ ਜੋ ਸਾਡਾ ਲਾਇਬ੍ਰੇਰੀ ਸਾਇੰਸ ਸਬਜੈਕਟ ਹੈ ਬੇਟਾ ਇਹ ਟੈਕਨੀਕਲ ਸਬਜੈਕਟ ਹੈ ਅਤੇ ਟੈਕਨੀਕਲ ਸਬਜੈਕਟ ਦੇ ਵਿੱਚ ਕਲਾਸੀਫਿਕੇਸ਼ਨ ਅਤੇ ਕੈਟਲੌਗ ਨੂੰ ਮੁੱਖ ਤੌਰ ਤੇ ਹੈ ਜੋ ਸ਼ਾਮਿਲ ਕੀਤੇ ਜਾਂਦੇ ਨੇ। ਤਾਂ ਅੱਜ ਦੀ ਕਲਾਸ ਇਸ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਬੇਟਾ ਕੈਟਲੌਗ ਸਿਸਟਮ। ਬਹੁਤ ਵਧੀਆ, ਮੈਂ ਤੁਹਾਨੂੰ ਇਸ ਕਲਾਸ ਨੂੰ ਜੋ ਹੈ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਤਾਂ ਸਾਰੇ ਵਿਦਿਆਰਥੀ ਜੋ ਮੇਰੀ ਕਲਾਸ ਨੂੰ ਵੇਖਦੇ ਹਨ ਸਾਰਿਆਂ ਨੂੰ ਬਿਸ਼ਨੋਈ ਮਹਿੰਦਰ ਵੱਲੋਂ ਸਤਿ ਸ੍ਰੀ ਅਕਾਲ, ਮੈਨੂੰ ਪ੍ਰਣਾਮ, ਨਮਸਕਾਰ। ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ। ਅੱਜ ਆਪਾਂ ਤੁਸੀਂ ਵੇਖ ਲਿਆ ਹੈ ਕਿ ਕੈਟਲੌਗ ਸਿਸਟਮ ਆਪਾਂ ਪੜਾਂਗੇ ਵੀ। ਚਲੋ ਇਸ ਤੋਂ ਇਲਾਵਾ ਗੱਲ ਕਰੀਏ ਬੇਟਾ ਬਹੁਤ बढ़िया अपने जो है ਅਕੈਡਮੀ ਦਾ ਆ ਗਿਆ ਲੋਗੋ ਆਪਣੀ। ਇਸ ਤੋਂ ਇਲਾਵਾ ਇਹ ਆਪਣੀ ਕਿਤਾਬ ਹੈ, ਜਿਨ੍ਹਾਂ ਬੱਚਿਆਂ ਕੋਲ ਨਹੀਂ ਹੈ ਤਾਂ ਉਹ ਬੁੱਕ ਹੈ, ਪੰਜਾਬੀ ਮੀਡੀਅਮ ਦੇ ਵਿੱਚ ਹੈ। ਇਹ ਕਿਤਾਬ ਨਹੀਂ, ਮੈਂ ਕਹਿੰਦਾ ਹਾਂ ਕਿ ਇਹ ਮਹਾਸਾਗਰ ਦੇ ਵਿੱਚੋਂ ਮੈਂ ਹੀਰੇ ਅਤੇ ਮੋਤੀ ਚੁਣ ਚੁਣ ਕੇ ਇਕੱਠੇ ਕੀਤੇ ਇਸ ਕਿਤਾਬ ਦੇ ਵਿੱਚ। ਇਸ ਤੋਂ ਇਲਾਵਾ बढ़िया ਆਪਣਾ ਆਨਲਾਈਨ ਕੋਰਸ ਚੱਲ ਰਿਹਾ ਹੈ ਤੇ बढ़िया ਬੱਚਿਆਂ ਨੇ ਜੁਆਇਨ ਵੀ ਕਰ ਰੱਖਿਆ ਹੈ, बढ़िया ਆਲਰੇਡੀ ਤਿਆਰੀ ਕਰ ਰਹੇ ਨੇ। ਤੁਸੀਂ ਜੇ ਕੋਰਸ ਲੈ ਕੇ ਅੱਗੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਜੁੜ ਸਕਦੇ ਹੋ। 2 ਈਅਰ ਦੀ ਕੋਰਸ ਵੈਲਿਡਿਟੀ ਦੇ ਨਾਲ ਆਪਣਾ ਕੋਰਸ ਲਾਇਬ੍ਰੇਰੀ ਸਾਇੰਸ ਦਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਹ ਸਿਲੈਕਸ਼ਨ ਲਿਸਟ ਹੈ ਬੇਟਾ, ਬਹੁਤ बढ़िया सिलेक्शन लिस्ट है। हालांकि ये लिस्ट बहुत थोड़ी जी है, क्योंकि उसके ਵਿੱਚ ਤੁਸੀਂ ਕਹੋਗੇ ਗੁਰੂ ਜੀ ਇੰਨੀਆਂ ਦੀ ਫੋਟੋਆਂ ਲਾ ਰੱਖੀ ਫਿਰ ਵੀ ਥੋੜੀ ਹੈ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜੋ ਅੱਗੇ ਭਰਤੀ ਆਵੇ ਉਸ ਦੇ ਵਿੱਚ ਇਸ ਤੋਂ ਵੀ ਬਹੁਤ ਜ਼ਿਆਦਾ ਹੋਵੇ। ਹਾਲਾਂਕਿ ਇਸ ਵਿੱਚ ਕੁਝ ਬੱਚਿਆਂ ਦਾ ਜੋ ਡਾਟਾ ਸੀ ਬੇਟਾ ਮਿਸਪਲੇਸ ਹੋ ਗਿਆ ਸੀ, ਤਾਂ ਕਰਕੇ ਬਹੁਤ ਛੋਟੀ ਲਿਸਟ ਇਸ ਦੇ ਵਿੱਚ ਮਿਲੀ ਹੈ। ਲੇਕਿਨ ਫਿਰ ਵੀ ਜਿੰਨੀ ਵੀ ਮਿਲੀ ਹੈ ਮੈਂ ਬਹੁਤ ਸੰਤੁਸ਼ਟ ਹਾਂ ਇਸ ਲਿਸਟ ਤੋਂ, ਕਿਉਂਕਿ ਬਹੁਤ बढ़िया ਮੈਂ ਮਿਹਨਤ ਇਸ ਵਿਸ਼ੇ ਵਿੱਚ ਕੀਤੀ ਹੈ, ਕਰ ਰਿਹਾ ਹਾਂ ਅਤੇ ਜਿੰਨੀ ਸਮਰੱਥਾ ਰਹੇਗੀ ਕਰਦਾ ਰਹਾਂਗਾ ਅਤੇ ਕਰਵਾਉਂਦਾ ਰਹਾਂਗਾ ਜੀ। ਚਲੋ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਇਸ ਦੀ ਮਹੱਤਵਪੂਰਨ ਕਲਾਸ ਹੈ। ਇਸ ਦੇ ਵਿੱਚ ਆਪਾਂ ਕੈਟਲੌਗ ਸਿਸਟਮ ਦੇ ਬਾਰੇ ਵਿੱਚ ਪੜ੍ਹਾਂਗੇ। ਦੇਖੋ ਆਪਾਂ ਲਾਇਬ੍ਰੇਰੀ ਸਾਇੰਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਥੇ 2 ਸ਼ਬਦ ਦੇਖਣ ਨੂੰ ਮਿਲਦੇ ਨੇ। ਕਿੰਨੇ ਸ਼ਬਦ ਮਿਲਦੇ ਨੇ? ਪੂਰਾ ਸਬਜੈਕਟ ਦੇ ਬਾਰੇ ਵਿੱਚ ਥੋੜਾ ਜਿਹਾ ਆਪਾਂ ਗੱਲ ਕਰੀਏ ਤਾਂ ਇਹ ਪੂਰਾ ਸਬਜੈਕਟ ਹੈ ਨਾ ਲਾਇਬ੍ਰੇਰੀ ਸਾਇੰਸ ਸਬਜੈਕਟ। ਲਾਇਬ੍ਰੇਰੀ ਸਾਇੰਸ ਜਿਹੜਾ ਸਬਜੈਕਟ ਹੈ ਇਹ ਖੁਦ ਜਿਹੜਾ ਸਬਜੈਕਟ ਹੈ ਇਹ ਟੈਕਨੀਕਲ ਸਬਜੈਕਟ ਹੈ ਬੇਟਾ। ਕਿਹੜਾ ਸਬਜੈਕਟ ਹੈ? ਟੈਕਨੀਕਲ ਸਬਜੈਕਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ। यदि ਤੁਹਾਡੇ ਤੋਂ ਪੁੱਛ ਲਵੇ ਕਾਨੂੰ ਕੋਈ ਵੀ ਐਗਜ਼ਾਮੀਨਰ ਕਿ ਲਾਇਬ੍ਰੇਰੀ ਸਾਇੰਸ ਜਿਹੜਾ ਖੁਦ ਵਿਸ਼ੇ ਹੈ ਉਹ ਕਿਸ ਪ੍ਰਕਾਰ ਦਾ ਵਿਸ਼ੇ ਹੈ, ਤਾਂ ਇਹ ਟੈਕਨੀਕਲ ਦੀ ਸ਼੍ਰੇਣੀ ਵਿੱਚ, ਤਕਨੀਕੀ ਵਿਸ਼ੇ ਦੀ ਸ਼੍ਰੇਣੀ ਵਿੱਚ ਲੱਗਿਆ ਇਸ ਨੂੰ ਜੋ ਗਿਣਿਆ ਜਾਂਦਾ ਹੈ। ਟੈਕਨੀਕਲ ਦੇ ਵਿੱਚ ਇਸ ਦੇ ਵਿੱਚ ਅਸੀਂ ਸਬਜੈਕਟ ਦੇ ਵਿੱਚ 2 ਚੀਜ਼ਾਂ ਸ਼ਾਮਿਲ ਕਰਦੇ ਹਾਂ। ਇੱਕ ਕਰਦੇ ਹਾਂ ਕਲਾਸੀਫਿਕੇਸ਼ਨ, ਕੀ ਕਰਦੇ ਹਾਂ? ਕਲਾਸੀਫਿਕੇਸ਼ਨ ਇਸ ਦੇ ਵਿੱਚ ਆਪਾਂ ਸ਼ਾਮਿਲ ਕਰਦੇ ਹਾਂ। ਤਾਂ ਦੂਸਰਾ ਇਸ ਦੇ ਵਿੱਚ ਕੀ ਕਰਦੇ ਹਾਂ? ਕੈਟਲੌਗ। ਕੀ ਕਰਦੇ ਹਾਂ? ਕੈਟਲੌਗ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਜੋ ਕਿਤਾਬਾਂ ਆਉਂਦੀਆਂ ਨੇ ਉਹਨਾਂ ਦਾ ਕਲਾਸੀਫਿਕੇਸ਼ਨ ਕੀਤਾ ਜਾਂਦਾ ਹੈ। ਤੇ ਜਿਵੇਂ ਆਪਾਂ ਗੱਲ ਕਰੀਏ ਜੇ ਕਲਾਸੀਫਿਕੇਸ਼ਨ ਇੱਥੇ ਕੋਲਨ ਕਲਾਸੀਫਿਕੇਸ਼ਨ ਦੇ ਅਨੁਸਾਰ ਜੇ ਕਿਸੇ ਕਿਤਾਬ ਦਾ ਵਰਗੀਕਰਨ ਹੋਏਗਾ ਤਾਂ ਉਸ ਦੀ ਕੈਟਲੌਗ ਬਣੇਗੀ ਬੇਟਾ CCC ਦੇ ਅਨੁਸਾਰ। ਠੀਕ ਹੈ। यदि ਆਪਾਂ ਗੱਲ ਕਰੀਏ ਇੱਥੇ DDC ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਇੱਥੇ ਜੋ ਹੈ ਕੈਟਲੌਗ ਦੇ ਵਿੱਚ WACR तो ਹੁਣ 1988 ਈਸਵੀ ਦਾ ਪ੍ਰਯੋਗ ਹੋ ਰਿਹਾ ਹੈ। ਇਸ ਦਾ ਪ੍ਰਯੋਗ ਇਸ ਦੇ ਵਿੱਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਕਨੀਕੀ ਖੇਤਰ ਦੇ ਵਿੱਚ ਇੱਕ ਕੰਮ ਹੋਰ ਵੀ ਆਉਂਦਾ ਬੇਟਾ। ਠੀਕ ਹੈ। ਇੱਕ ਕੰਮ ਆਉਂਦਾ ਹੈ ਬੁੱਕ ਬਾਈਂਡਿੰਗ। ਕੀ ਆਉਂਦਾ ਹੈ? ਬੁੱਕ ਬਾਈਂਡਿੰਗ। ਬੁੱਕ ਬਾਈਂਡਿੰਗ ਨੂੰ ਵੀ ਆਪਾਂ ਗੱਲ ਕਰੀਏ ਤਾਂ ਤਕਨੀਕੀ श्रेणी ਦੇ ਵਿੱਚ ਇੱਕ ਕੰਮ ਨੂੰ ਗਿਣਿਆ ਜਾਂਦਾ ਹੈ। ਲੇਕਿਨ ਜੋ ਹੈ ਇਹ ਧਿਆਨ ਦੇਣੇ ਵਾਲੀ ਗੱਲ ਹੈ ਕਿ ਇਹ ਇਸ ਦੇ ਲਈ ਆਪਾਂ ਗੱਲ ਕਰੀਏ ਬਕਾਇਦਾ ਲਾਇਬ੍ਰੇਰੀ ਦੇ ਵਿੱਚ ਟੈਕਨੀਕਲ ਸਬਜੈਕਟ ਦੇ ਲਈ ਲਾਇਬ੍ਰੇਰੀ ਕਿਤਾਬਾਂ ਨੂੰ ਕਲਾਸੀਫਿਕੇਸ਼ਨ ਅਤੇ ਕੈਟਲੌਗ ਕਰਨ ਦੇ ਲਈ ਟੈਕਨੀਕਲ ਸੈਕਸ਼ਨ ਬਣਾਇਆ ਜਾਂਦਾ ਹੈ। ਜਿਸ ਪ੍ਰਕਾਰ ਸੈਕਸ਼ਨ ਮਤਲਬ ਅਲੱਗ-ਅਲੱਗ ਕੰਮਾਂ ਨੂੰ ਵੰਡਿਆ ਜਾਂਦਾ ਹੈ। ਜੇ ਆਪਾਂ ਬੈਂਕ ਦੇ ਵਿੱਚ ਜਾਂਦੇ ਹਾਂ ਤਾਂ ਅਲੱਗ-ਅਲੱਗ ਸੈਕਸ਼ਨ ਮਿਲਦੇ ਹਨ ਨਾ। ਇੱਥੇ ਕਿਤਾਬਾਂ ਨੂੰ ਪੇਮੈਂਟ ਡਿਪੋਜ਼ਿਟ ਹੋ ਰਹੀ ਹੈ, ਇੱਥੇ ਵਿਡਰੋਲ ਹੋ ਰਹੀ ਹੈ। ਇਹ ਬੈਂਕ ਇੱਥੇ ਜੋ ਹੈ ਇਸ਼ੂ ਰਿਟਰਨ ਕਾਪੀਆਂ ਜਾਰੀ ਕਰਦੀਆਂ ਨੇ, ਇੱਥੇ ਚੈੱਕ ਮਿਲਦੇ ਆ। ਇਹ ਲੋਨ ਡਿਪਾਰਟਮੈਂਟ ਹੈ, ਇਹ ਮੈਨੇਜਰ ਸਾਹਿਬ ਬੈਠੇ ਨੇ। ਠੀਕ ਹੈ। ਬੈਂਕ ਦੀ ਪ੍ਰੋਸੀਜਰ ਆਪਾਂ ਦੇਖਦੇ ਹਾਂ ਉਹ ਸਾਰੇ ਕੀ ਹੁੰਦੇ ਨੇ? ਸੈਕਸ਼ਨ ਹੁੰਦੇ ਨੇ। इसी प्रकार
ਉਹ ਕਿਉਂ ਬਣਾਏ ਜਾਂਦੇ ਨੇ ਕਿ ਬੈਂਕ ਦੇ ਕੰਮ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਇਆ ਜਾ ਸਕੇ। ਇਸ ਲਈ ਆਪਾਂ ਗੱਲ ਕਰੀਏ ਲਾਇਬ੍ਰੇਰੀ ਸਾਇੰਸ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਵੀ ਇੱਕ ਲਾਇਬ੍ਰੇਰੀ ਨੂੰ ਜੋ ਹੈ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਲਈ ਅਲੱਗ-ਅਲੱਗ ਇਸ ਦੇ ਸੈਕਸ਼ਨ ਬਣਾਏ ਜਾਂਦੇ ਨੇ। ਤਾਂ ਇਸ ਦੇ ਵਿੱਚ ਜੋ ਹੈ ਟੈਕਨੀਕਲ ਸੈਕਸ਼ਨ ਆਉਂਦਾ ਹੈ, ਟੈਕਨੀਕਲ ਦੇ ਇਸ਼ੂ ਰਿਟਰਨ ਸੈਕਸ਼ਨ ਆਵੇਗਾ, ਅਲੱਗ-ਅਲੱਗ ਪ੍ਰਕਾਰ ਦੇ ਸੈਕਸ਼ਨ ਹੋਣਗੇ ਜਦੋਂ ਆਪਾਂ ਪੜਾਂਗੇ ਲਾਇਬ੍ਰੇਰੀ ਸਾਇੰਸ ਕੰਪਲੀਟ। ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਅਲੱਗ-ਅਲੱਗ ਸਰਕੂਲੇਸ਼ਨ ਸੈਕਸ਼ਨ ਹੈ, ਟੈਕਨੀਕਲ ਸੈਕਸ਼ਨ है, तो इस अलग अलग प्रकार के आप गल करिए न्यूज़पेपर सैक्शन है, ये चीज़ अलग अलग सैक्शन इस आएंगे बेटा। तो इस बुक बाइंडिंग सैक्शन है, अलग अलग सैक्शन इस आएंगे। लेकिन जो टैक्नीकल सैक्शन बनाया जाता है ना, इसका जो मुख्य रूप के दो काम होंगे ने, एक क्लासिफिकेशन और एक कैटलॉग। तो ये राजस्थान लाइब्रेरी के क्वेश्चन बनया सी कि तकनीकी विभाग का काम एक क्लासिफिकेशन है, तो दूसरा की है, तो दूसरा बेटा की है कैटलॉग करनी इसका कम है जी। ठीक है, दोबारा अगर मैं तो एक शब्द होर भी लिखा मैं उत्ते बुक बाइंडिंग, बुक बाइंडिंग भी तकनीकी श्रेणी दे विच आउंदा है, लेकिन ये जो कम है ना बुक बाइंडिंग का काम टैक्नीकल सैक्शन का नहीं है जी। इसलिए की किया जाता है, अलग तो बुक बाइंडिंग सैक्शन बनाया जाता है, ये है बुक बाइंडिंग सैक्शन इसलिए बनाया जाता है। जो आप बुक बाइंडिंग करते हैं ना बेटा, कुल 8 प्रकार का प्रोसैस लगती है, ये है कुल 8 प्रकार की क्रिया लगती है, प्रोसैस लगती है, ਤਾਂ जाके किसी प्रकार की जो है ਤਾਂ जाके किताब की है जो बुक बाइंडिंग होंगी है। दोबारा समझ लो, हाँ थोड़ा सा आगे और समझा देना। जिस प्रकार आप पढ़िया है कि जो क्लासिफिकेशन शब्द है ये लैटिन भाषा का शब्द है, किस भाषा का शब्द है, लैटिन भाषा का शब्द है, अते ये क्लासिस शब्द तो बनया है, किसको बनया है, क्लासिस शब्द तो इसकी उत्पत्ति या निर्माण हुआ है। कैटलॉग शब्द बेटा ग्रीक भाषा का शब्द है, हम राजस्थान लाइब्रेरी में आया सी, पहला भी आया राजस्थान लाइब्रेरी 2 बार एग्जाम के आ गया। ग्रीक भाषा का शब्द है, अते इस शब्द की उत्पत्ति कैटाधन लोगोस शब्द तो, इस शब्द की धन मतलब होता है बेटा प्लस जो जोड़ता है। ठीक है, तो जो क्लासिफिकेशन शब्द है ये लैटिन भाषा का शब्द है, अते क्लासिस को बनया है। कैटलॉग शब्द खुद ग्रीक भाषा का शब्द है, अते कैटाधन लोगोस शब्द तो इस शब्द की उत्पत्ति हुई है। ठीक है, दोबारा समझ लो, अज का बहुत महत्वपूर्ण टॉपिक चल रहा है लाइब्रेरी के आप कैटलॉग कोड जो आए हैं अलग अलग सिस्टम, तो ये आप गल करिए पूरा बेटा जो ये बनता है ना नंबर, ये जो है कोड से आधारित होता है, आधारित आप गल करिए कोड से होता है। तो जो ये नंबर बनता है ना क्लासिफिकेशन तो बाद ये आर्टिफिशियल नंबर होता है, की होता है आर्टिफिशियल नंबर होता है, आर्टिफिशियल नंबर इसमें क्या जाता है। इस तो इलावा कैटलॉग में एक लाइब्रेरी की कुंजी भी क्या जाता है, कुंजी कह दो की कह दो इसमें, क्योंकि इस तो जो है हर एक लाइब्रेरी के किसी प्रकार का स्टडी मटीरियल हुए, जो कि किताब के रूप में है, CD के रूप में है, PDF के रूप में है, मतलब ज्ञान किसी प्रकार का लाइब्रेरी में है उसकी सानू जानकारी मिलती है ना बेटा, वो सानू कैटलॉग देती है। कैटलॉग तो ही पता चलता है कि एक ऑथर के नाल संबंधित, एक सबजैक्ट के नाल संबंधित किन्नियां किताबां लाइब्रेरी में टोटल ने, किन्नियां किसी ने इशू की गई ने, कितना साडे कोल स्टॉक है, टोटल जो है कैटलॉग कार्ड को ही इसका पता है जो लगता है। कैटलॉग कार्ड में हुण जिस पद्धति दे जिहड़ी वर्गीकरण पद्धति आप प्रयोग करते हैं क्लासिफिकेशन सिस्टम, उससे दे अनुसार किसका निर्माण किया जाता है, कैटलॉग का निर्माण है वो किया जाता है। दोबारा समझ लो भाई, अज का बहुत महत्वपूर्ण टॉपिक मैं तुहानूं पढ़ाने जा रहा कैटलॉग सिस्टम। कैटलॉग की आप गल करिए तो जो ये जो है कैटलॉग के जो है टैक्नीकल सैक्शन होता है, इसका मुख्य काम होता है किताबों का क्लासिफिकेशन करना और किताबों की कैटलॉग बनाना। किताब भी हो सकते हैं, न्यूज़पेपर भी हो सकते हैं, जो है CD रूप में हो सकते हैं, DVD रूप में हो सकते हैं, बिबलियोग्राफी वगैरह डिक्शनरीज वगैरह भी हो सकती हैं रेफरेंस ग्रंथ के तौर पर। हालांकि इन्हों जारी नहीं किया जाता, किताब का ही या स्टडी लेवल के जो डॉक्यूमेंट्स होंगे ने इन्हों ही इशू रिटर्न किया जाता है, जिसका काम सर्कुलेशन सैक्शन का एक काम होता है किताबों इशू और रिटर्न करना। ये चीज़ा मेरी किताब के भी है, अगे मैं बढ़िया तरह पढ़ाया भी है, रिवाइज भी इसमें मैं बढ़िया किया कि क्वेश्चन आ रहे हैं वो भी इसके मिलेंगे। तो कहना पावे कि जो टैक्नीकल सैक्शन है ना, इसके कोल बेटा 2 काम होंगे ने, एक क्लासिफिकेशन करना और दूसरा कैटलॉग बनाना जी। ठीक है, क्लासिफिकेशन शब्द मैं तुहानूं दस्सिया है कि खुद लैटिन भाषा का शब्द है और इसकी उत्पत्ति क्लासिस शब्द तो हुई है। ठीक है, इस तो अलावा क्लासिफिकेशन के कई प्रकार के कोड आप सिस्टम यूज करते हैं, DDC है, UDC है, सब्जेक्ट क्लासिफिकेशन है, इस तो अलावा कॉलन क्लासिफिकेशन है,
ਇਸ ਤੋਂ ਇਲਾਵਾ ਬਿਬਲੀਓਗ੍ਰਾਫੀ ਕਲਾਸੀਫਿਕੇਸ਼ਨ 1935 ਵਾਲੀ, FM ਰਾਈਡਰਸ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਹੈ। ਅਲੱਗ-ਅਲੱਗ ਕੋਡ ਆਪਾਂ ਯੂਜ਼ ਕਰਦੇ ਹਾਂ। ਹਾਲਾਂਕਿ ਲਾਇਬ੍ਰੇਰੀ ਆਫ ਕਾਂਗਰਸ ਵਗੈਰਾ ਦਾ ਐਕਸਪੈਂਸਿਵ ਕਲਾਸੀਫਿਕੇਸ਼ਨ ਹੈ, ਇਹਨਾਂ ਦਾ ਅੱਜਕੱਲ੍ਹ ਪ੍ਰਯੋਗ ਨਹੀਂ ਹੋ ਰਿਹਾ। ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਯੋਗ ਬੇਟਾ DDC ਦਾ ਹੋ ਰਿਹਾ, ਇਸ ਲਈ ਉਸ ਨੂੰ ਯੂਨੀਵਰਸਲ ਕਲਾਸੀਫਿਕੇਸ਼ਨ ਸਿਸਟਮ ਹੋਣ ਦਾ ਜੋ ਗੌਰਵ ਹੈ ਉਹ UDC ਨੂੰ ਪ੍ਰਾਪਤ ਹੈ ਜੀ। ਠੀਕ ਹੈ, ਇਹ ਚੀਜ਼ਾਂ ਆਪਾਂ ਆਲਰੇਡੀ कर चुके हैं पहले वाले लेक्चर थोड़ी जी मैं तो रिपीट करे। तो कहने का भाव है कि यदि किसी किताब का क्लासीफिकेशन CC कोलन क्लासीफिकेशन के अनुसार, हालांकि मैं तो CC करवा चुके हैं, इस तो पहला अपनी 5 या 6 क्लासा हो चुकी हैं इस चैनल पर। बढ़िया जाओ, बढ़िया कंटेंट देखो, अज तक का रिजल्ट देखो, पूछना है किसी तो पूछ लो जी। इस विषय के आप अगे जी जाना चाहते हैं। ठीक है, कोलन क्लासीफिकेशन आएगी, यदि कोलन आएगी तो उसका भी कैटलॉग बनेगी, वो CCC के अनुसार बनेगी। जिस प्रकार आप गल करिए एक क्लासीफिकेशन सिस्टम है DDC, जो आप DDC का प्रयोग करते हैं तो इतने WSCR2 का प्रयोग WSCR2 बाद 1988 ईस्वी का प्रयोग करते हैं। लेकिन एक शब्द में तो और देता है बुक बाइंडिंग। बेटा की देता है बुक बाइंडिंग, जो शब्द देता है वो बुक बाइंडिंग की आप गल करिए तो बुक बाइंडिंग का काम भी तकनीकी श्रेणी में आता है, लेकिन ये काम टैक्नीकल सैक्शन का नहीं होता बेटा। इसके लिए अलग तो बुक बाइंडिंग सैक्शन बनाया जाता है, जिसके द्वारा, हालांकि मैं तो दसना जिस प्रकार लाइब्रेरी दी पोस्टां आंदियां ना, उसी प्रकार बुक बाइंडर दी भी पोस्टां आंदियां। ठीक है, तो ये तुसीं सुनिया भी होना है या किते देखिया होना है या पढ़िया होना है, तो बुक बाइंडर दी भी पोस्टां इसके विच आंदियां ने जी। ठीक है, तो कुल 8 प्रकार का प्रोसैस इस एक किताब नूं बाइंडिंग करने विच कुल 8 प्रकार का प्रोसैस है वो लगता है। ठीक है, हुण आपां अज पढ़ांगे आपां कैटलॉग कोड दे, जो आपां गल करांगे अलग अलग जो कैटलॉग कोड आए हैं उन्हां बारे विच गल होएगी जी। कि जो कैटलॉग होंगी है, कैटलॉग जो होंगी है ये किस उत्ते आधारित है, ये सारे कोड ते आधारित है। की होंदा है सारे कोड होंगे ने, तो इन्हां तो जो नंबर बनता है बेटा वो बनता है आर्टिफिशियल नंबर। की बनता है आर्टिफिशियल नंबर, इन्हां तो बनता है जिस तरह आपां क्लासीफिकेशन करते हैं जिस वर्गीकरण पद्धति के अनुसार। इस तो इलावा अगे आपां इस दे विच गल करिए तो इसनूं लाइब्रेरी दी कुंजी भी कहा जाता है, कैटलॉग नूं की कह दिंदे आ कुंजी कह दिंदे आ, इसनूं आपां पंजाबी विच चाबी भी कह सकते हैं। तो ये चीज़ इस कैटलॉग के नाम नूं जानी जाती है। कैटलॉग खुद बेटा ग्रीक भाषा का शब्द है अते कैटा धन लोगो शब्द तो इस शब्द की उत्पत्ति है जो हुई है जी। इस तो इलावा आपां गल करिए तो विश्व दे विच चार्लस एमी कटर, ये कैटलॉग है ना विश्व दे विच एक व्यक्ति आंदा बेटा CA कटर होना है। एक क्वेश्चन KVS के विच 2-3 बार रिपीट होके एक एग्जाम दे विच बनया सी। इससे 2 क्वेश्चन बने सी, मैं 2 ही दसना। चार्लस एमी कटर एहो जिहा व्यक्ति है CA कटर जिसनूं कहा जाता बेटा चार्लस एमी कटर। चार्लस एमी कटर की तुहानूं पता होवे कि आपां चार्लस एमी कटर नूं पहला पढ़िया, तो पढ़िया क्यों नहीं, इन्होंने जो है पॉलीकोटोमी का सिद्धांत दिता सी। पढ़िया ना बहुविभाजन का, बहुविभाजन इसको आप कह सकते हैं मल्टीपल डिवाइडेशन, मल्टीपल डिवाइडेशन का सिद्धांत है वो चार्लस एमी कटर ने इन्हां दी रचना की बेटा 1891 तो 1893 ईस्वी के दौरान इन्हां दी रचना का नाम सी एक्सपेंसिव क्लासीफिकेशन। की नाम सी एक्सपेंसिव क्लासीफिकेशन सी, जिस दे विच चार्लस एमी कटर ने चार्लस एमी कटर ने केड़ा सिद्धांत दिता सी, ता बहुविभाजन का सिद्धांत पॉलीकोटोमी का सिद्धांत है वो दिता सी। ये व्यक्ति सन जिन्हां ने सब तो पहला इन्हां दा कैटलॉग नाल भी बहुत बड़ा नाता है इन्हां दा, इन्हां नूं फादर ऑफ कैटलॉग कहा जाता है। ये क्या जाता है फादर ऑफ कैटलॉग है, फादर ऑफ कैटलॉग है वो किन्हां नूं कहा जाता है चार्लस एमी कटर नूं जो है वो किया जाता है। इस तो इलावा चार्लस एमी कटर नूं जो है फादर ऑफ इंडेक्सिंग भी किया जाता है कि है फादर ऑफ, हालांकि इंडेक्सिंग का सिद्धांत बेटा किसी और व्यक्ति ने दिता सी, लेकिन चार्लस एमी कटर एहो जे व्यक्ति सन जिन्होंने लाइब्रेरी साइंस के विच इंडेक्सिंग सिद्धांत का प्रयोग किया सी, इसलिए इन्होंने फादर ऑफ इंडेक्सिंग के नाम तो भी जानिया जाता है। ठीक है, फादर ऑफ कैटलॉग, फादर ऑफ जो इन्होंने जो है इंडेक्सिंग। हालांकि इस तो पहला भी 1841 ईस्वी में आप गल करिए तो पेंजी कोड आया थी, एंथनी पेंजी ने दिता सी, ब्रिटिश म्यूजियम लंदन तो दिता सी 1800, लेकिन वो जो पहला कोड आए सन 2-3 कोड इसके आए सन उन्होंने बारे भी आप गल करांगे। इस तो पहला चार्लस, इस तो इलावा जो है दूसरे नंबर चार्लस सी जीवन कोड आया 1852 ईस्वी में,
जिस ਦੇ ਵਿੱਚ ਨਿਯਮ 39 ਸਨ ਬੇਟਾ। ਲੇਕਿਨ ਉਹ ਜਿਹੜੇ ਸਿਧਾਂਤ ਸਨ, ਜਿਵੇਂ ਆਪਾਂ ਗੱਲ ਕਰੀਏ ਚਾਰਲਸ ਐਮੀ ਕਟਰ ਜੋ ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋ ਹੈ ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਾਲਾ, ਉਹ ਮਸ਼ਹੂਰ ਨਹੀਂ ਹੋਇਆ ਜਾਂ ਉਹਨਾਂ ਨੂੰ ਫਾਦਰ ਨਹੀਂ ਕਿਹਾ ਗਿਆ। ਕਿਉਂ ਨਹੀਂ ਕਿਹਾ ਗਿਆ? ਇਸ ਤੋਂ ਪਹਿਲਾਂ ਜਿਹੜੇ ਕੋਡ ਆਏ ਸਨ ਉਹ ਵਿਗਿਆਨਿਕ ਆਧਾਰਿਤ ਨਹੀਂ ਸਨ, ਮਤਲਬ ਸਾਇੰਟੀਫਿਕ ਰੂਪ ਦੇ ਵਿੱਚ ਉਹ ਇੰਪਰੂਵਡ ਨਹੀਂ ਸਨ। ਇਸ ਲਈ ਉਹਨਾਂ ਨੂੰ ਆਪਾਂ ਹੈ ਜੋ ਫਾਦਰ ਆਫ ਕੈਟਲੌਗ ਦੇ ਨਾਂ ਤੋਂ ਨਹੀਂ ਕਿਹਾ ਜਾ ਸਕਦਾ। ਲੇਕਿਨ ਆਪਾਂ ਗੱਲ ਕਰੀਏ ਚਾਰਲਸ ਐਮੀ ਕਟਰ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਾਂ ਕਰਦੇ ਚਾਰਲਸ ਐਮੀ ਕਟਰ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ कैटलॉग ਦੇ ਸਭ ਤੋਂ ਪਹਿਲਾਂ ਉਦੇਸ਼ ਬਤਾਏ ਸਨ। ਉਦੇਸ਼ ਕਦੋਂ ਬਤਾਏ ਸਨ ਬੇਟਾ? 1836 ਈਸਵੀ ਵਿੱਚ। 1836 ਈਸਵੀ ਵਿੱਚ ਇਹਨਾਂ ਦੀ ਕਿਤਾਬ ਆਂਦੀ ਹੈ ਰੂਲਸ ਫॉर ਡਿਕਸ਼ਨਰੀ ਕੈਟਲੌਗ। ਰੂਲਸ ਫॉर ਡਿਕਸ਼ਨਰੀ ਕੈਟਲੌਗ। ਰੂਲਸ ਫॉर ਡਿਕਸ਼ਨਰੀ ਕੈਟਲੌਗ ਨਾਂ ਦੀ ਇੱਕ ਕਿਤਾਬ ਆਂਦੀ ਹੈ। ਇਸ ਦੇ ਵਿੱਚ ਇਹਨਾਂ ਨੇ ਕੈਟਲੌਗ ਦੇ ਹੈ ਜੋ ਉਦੇਸ਼ ਜਾਂ ਸਿਧਾਂਤ ਬਤਾਏ ਸਨ, ਕੋਡ ਦੱਸੇ ਸਨ। ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਬੇਟਾ? ਚਾਰਲਸ ਐਮੀ ਕਟਰ ਨੂੰ ਫਾਦਰ ਆਫ ਕੈਟਲੌਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਦੇ ਵਿੱਚ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਕੁੱਲ 205 ਨਿਯਮ ਦਿੱਤੇ ਸਨ। ਕੀ ਦਿੱਤੇ ਸਨ? 205 ਨਿਯਮ ਹੈ ਇਸ ਕਿਤਾਬ ਦੇ ਵਿੱਚ ਦਿੱਤੇ ਸਨ। ਇਸ ਲਈ ਇਹਨਾਂ ਨੂੰ ਹੈ ਜੋ ਫਾਦਰ ਆਫ ਕੈਟਲੌਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਹਾਲਾਂਕਿ ਇਹਨਾਂ ਬਾਰੇ ਵਿਸਤਾਰ ਜਦੋਂ ਆਪਾਂ ਕਰਮ ਅਨੁਸਾਰ ਕਰਾਂਗੇ ਤਾਂ ਇਹ ਗੱਲਾਂ ਦੁਬਾਰਾ ਸਾਡੀਆਂ ਰਿਪੀਟ ਹੋ ਜਾਣਗੀਆਂ। ਲੇਕਿਨ ਸਿਰਫ ਮੈਂ ਤੁਹਾਨੂੰ ਕੀ ਸਮਝਾਇਆ ਹੈ, ਕੈਟਲੌਗ ਦੇ ਬਾਰੇ ਵਿੱਚ ਸਮਝਾਇਆ ਵੀ ਕੈਟਲੌਗ ਅਸਲ ਦੇ ਵਿੱਚ ਹੁੰਦੀ ਕੀ ਹੈ। ਠੀਕ ਹੈ, ਤਾਂ ਕੈਟਲੌਗ ਕੀ ਹੁੰਦਾ ਬੇਟਾ? ਕੈਟਲੌਗ ਖੁਦ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਕੈਟਾ ਧਨ ਲੋਗੋਸ ਸ਼ਬਦ ਤੋਂ ਇਸ ਦੀ ਉਤਪਤੀ ਹੋਈ ਹੈ। ਇਸ ਨੂੰ ਲਾਇਬ੍ਰੇਰੀ ਦੀ ਚਾਬੀ ਵੀ ਕਿਹਾ ਜਾਂਦਾ ਹੈ। ਇਸ ਕੈਟਲੌਗ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੀ ਲਾਇਬ੍ਰੇਰੀ ਵਿੱਚ ਕਿਸੇ ਸਬਜੈਕਟ ਦੇ ਉੱਤੇ ਕਿਸੇ ਆਥਰ ਦੇ ਦੁਆਰਾ ਕਿੰਨੀਆਂ ਕਿਤਾਬਾਂ ਜੋ ਹੈ ਸਾਡੀ ਲਾਇਬ੍ਰੇਰੀ ਵਿੱਚ ਹਨ, ਉਹ ਜੋ ਸੂਚਨਾ ਕਿੰਨੀਆਂ ਕਿਸੇ ਨੂੰ ਦਿੱਤੀਆਂ ਹੋਈਆਂ ਨੇ, ਕਿੰਨੀਆਂ ਕਿਤਾਬਾਂ ਹੈ, ठीक है, ਕਿਹੜੇ ਕਿਹੜੇ ਲੇਖਕ ਦੀਆਂ ਨੇ, ਕਿਸ ਕਿਸ ਵਿਸ਼ੇ ਦੀਆਂ ਨੇ, ਇਹ ਸਾਰੀ ਜਾਣਕਾਰੀ ਮਿਲਦੀ ਹੈ ਉਹ ਕੈਟਲੌਗ ਤੋਂ ਮਿਲਦੀ ਹੈ। ਕੈਟਲੌਗ ਖੁਦ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜੋ ਕੈਟਾ ਧਨ ਲੋਗੋ ਸ਼ਬਦ ਤੋਂ ਬਣੀ ਹੈ। ਕੈਟਲੌਗ ਕੀ ਹੁੰਦੀ ਬੇਟਾ? ਸਾਰਾ ਕੋਡ ਸਿਸਟਮ ਹੁੰਦਾ ਹੈ ਤੇ ਇਸ ਤੋਂ ਜੋ ਹੈ ਜੋ ਪਹਿਲਾਂ ਇਸ ਦਾ ਕਲਾਸੀਫਿਕੇਸ਼ਨ ਕੀਤਾ ਜਾਂਦਾ ਹੈ। ਕਲਾਸੀਫਿਕੇਸ਼ਨ ਕਰਨ ਤੋਂ ਬਾਅਦ ਕੈਟਲੌਗ ਬਣਦੀ ਹੈ ਤੇ ਇਸ ਨੂੰ ਇਹ ਆਰਟੀਫੀਸ਼ੀਅਲ ਨੰਬਰ ਤੋਂ ਕੀ ਬਣਦੀ ਹੈ? ਕੈਟਲੌਗ ਦਾ ਨਿਰਮਾਣ ਹੈ ਜੋ ਹੁੰਦਾ ਹੈ। ਫਾਦਰ ਆਫ ਕੈਟਲੌਗ ਦੇ ਨਾਂ ਤੋਂ ਚਾਰਲਸ ਐਮੀ ਕਟਰ ਨੂੰ ਕਿਹਾ ਜਾਂਦਾ ਹੈ ਕਿਉਂਕਿ ਚਾਰਲਸ ਐਮੀ ਕਟਰ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ 1836 ਈਸਵੀ ਦੇ ਵਿੱਚ ਰੂਲਸ ਫॉर ਡਿਕਸ਼ਨਰੀ ਕੈਟਲੌਗ ਕੋਡ ਦੀ ਜੋ ਹੈ ਸਥਾਪਨਾ ਕੀਤੀ ਸੀ। ਇਸ ਦੇ ਵਿੱਚ ਸਭ ਤੋਂ ਪਹਿਲਾਂ ਚਾਰਲਸ ਐਮੀ ਕਟਰ ਨੇ ਜੋ ਹੈ ਕੈਟਲੌਗ ਦੇ ਉਦੇਸ਼ ਦੱਸੇ ਸਨ, ਜਿਸ ਦੇ ਵਿੱਚ ਨਿਯਮਾਂ ਦੀ ਸੰਖਿਆ 205 ਸੀ। ਇਸ ਲਈ ਚਾਰਲਸ ਐਮੀ ਕਟਰ ਨੂੰ ਫਾਦਰ ਆਫ ਕੈਟਲੌਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜੀ। ਠੀਕ ਹੈ, ਇਸ ਤੋਂ ਇਲਾਵਾ ਜੋ ਹੈ ਚਾਰਲਸ ਐਮੀ ਕਟਰ ਵਿਸ਼ਵ ਦੇ ਲਾਇਬ੍ਰੇਰੀ ਖੇਤਰ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਲਾਇਬ੍ਰੇਰੀ ਦੇ ਖੇਤਰ ਦੇ ਵਿੱਚ ਇੰਡੈਕਸਿੰਗ ਸਿਧਾਂਤ ਦਿੱਤਾ ਸੀ। ਕਿਹੜਾ ਸਿਧਾਂਤ ਦਿੱਤਾ ਸੀ? ਇੰਡੈਕਸਿੰਗ ਸਿਧਾਂਤ ਦਿੱਤਾ ਸੀ। ਇਸ ਲਈ ਇਹਨਾਂ ਨੂੰ ਫਾਦਰ ਆਫ ਇੰਡੈਕਸਿੰਗ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਚਾਰਲਸ ਐਮੀ ਕਟਰ ਨੇ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਬਹੁ ਵਿਭਾਜਨ ਡਿਵੀਜ਼ਨ ਇਨਟੂ ਮਲਟੀਪਲ ਦਾ ਸਿਧਾਂਤ ਵੀ ਇਹਨਾਂ ਨੇ ਦਿੱਤਾ ਸੀ। ਇਹਨਾਂ ਦੀ ਇੱਕ ਰਚਨਾ ਆਉਂਦੀ ਹੈ 1891 ਤੋਂ 1893 ਈਸਵੀ ਵਿੱਚ, ਜਿਸ ਦਾ ਨਾਮ ਸੀ ਐਕਸਪੈਂਸਿਵ ਕਲਾਸੀਫਿਕੇਸ਼ਨ, ਜਿਸ ਦੇ ਵਿੱਚ ਇਹਨਾਂ ਨੇ ਬਹੁ ਵਿਭਾਜਨ ਦਾ ਸਿਧਾਂਤ ਉਹ ਦਿੱਤਾ ਸੀ। ਇਸ ਲਈ ਜੋ ਹੈ ਚਾਰਲਸ ਐਮੀ ਕਟਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਇਸ ਲਈ ਚਾਰਲਸ ਐਮੀ ਕਟਰ ਨੂੰ ਫਾਦਰ ਆਫ ਕੈਟਲੌਗ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਹ ਚੀਜ਼ਾਂ ਸਮਝ ਆ ਗਈਆਂ ਸਾਰੀਆਂ। ਚਲੋ ਹੁਣ ਆਪਾਂ ਸਮਝਿਆ ਕੈਟਲੌਗ ਦੇ ਅਸਲ ਦੇ ਸਿਧਾਂਤ ਵੀ ਜਾਂ ਕੋਡ। ਕੈਟਲੌਗ ਦੇ ਅੱਜ ਤੱਕ ਦੇ ਜੋ ਹੈ ਕੋਡ ਹੈ ਉਹਨਾਂ ਬਾਰੇ ਆਪਾਂ ਗੱਲ ਹੈ ਉਹ ਬੇਟਾ ਕਰਾਂਗੇ। ਠੀਕ ਹੈ ਜੀ। ਪਹਿਲਾਂ ਤਾਂ ਆ ਗਿਆ ਜੀ ਤੁਹਾਡਾ ਜੋ ਹੈ ਬ੍ਰਿਟਿਸ਼ ਮਿਊਜ਼ੀਅਮ ਕੋਡ। ਬ੍ਰਿਟਿਸ਼ ਮਿਊਜ਼ੀਅਮ ਕੋਡ ਨੂੰ ਪੈਂਜੀ ਕੋਡ ਵੀ ਕਿਹਾ ਜਾਂਦਾ ਹੈ। ਪੈਂਜੀ ਕੋਡ ਵੀ ਕਿਹਾ ਜਾਂਦਾ ਹੈ क्योंकि इसका निर्माण एंथन पेंजी के द्वारा किया गया है। ये निर्माण कदों है बेटा? 1841 ईस्वी में इसका निर्माण कदों है? इसका निर्माण है जो 1841 ईस्वी में इसका जो है निर्माण वो किया गया सी। इस विच नियमां की संख्या बेटा कुल कितने नियम दिते सन? तो नियम इस दिते सन 91। कितने नियम सन? जो इस नियमां की संख्या सी बेटा वो इस नियमां की संख्या सी 91। लेकिन आप गल करिए लगभग 95 साल बाद 1936 ईस्वी की है
1936 ਈਸਵੀ ਦੇ ਵਿੱਚ ਇਸ ਦੇ ਵਿੱਚ ਨਿਯਮਾਂ ਦੀ ਸੰਖਿਆ ਕਰ ਦਿੱਤੀ ਸੀ 41, ਤਾਂ 50 ਨਿਯਮ ਇਸ ਦੇ ਵਿੱਚ ਜੋ ਹੈ ਡਿਲੀਟ ਕਰ ਦਿੱਤੇ ਗਏ ਸਨ ਜਾਂ ਉਡਾ ਦਿੱਤੇ। ਇਹ ਕੁਐਸਚਨ ਕਿਸੇ UGC ਨੈਟ ਦੇ ਵਿੱਚ ਇਹ ਬਣਿਆ ਸੀ ਕਿ ਕਿਸ ਵਰष ਹੈ ਜੋ ਹੈ ਐਂਥਨ ਪੈਜੀ ਦੇ ਨਿਯਮਾਂ ਦੇ ਕੋਡ ਦੀ ਸੰਖਿਆ 41 ਕੀਤੀ ਗਈ ਸੀ, ਤਾਂ ਉਸਦਾ ਉੱਤਰ ਸੀ ਬੇਟਾ 1936। ਹਾਲਾਂਕਿ ਆਪਾਂ ਗੱਲ ਕਰੀਏ ਨਾ ਇਹ ਬਹੁਤ ਅੰਦਰ ਦੀ ਗੱਲ ਹੈ, ਲੇਕਿਨ ਜੋ KVS ਹੈ, NVS ਹੈ, UGC ਨੈਟ ਹੈ, ਇੱਥੋਂ ਜੋ एग्जाम ਬਣਦਾ ਨਾ ਬਹੁਤ बढ़िया ਥਿਉਰੀ ਤੋਂ ਬਣਦਾ ਹੈ। ਹੁਣ RPSC ਵਗੈਰਾ ਵੀ एग्जाम ਬਣਾ ਰਹੀ ਹੈ ਤਾਂ बढ़िया ਥਿਉਰੀ ਦੇ ਵਿੱਚੋਂ ਜਿਸ ਤੇ ਥਿਉਰੀ ਦੇ ਕਨਸੈਪਟ ਕਲੀਅਰ ਹੈ ਉਹ ਬੱਚਾ ਆਰਾਮ ਨਾਲ ਲਾਇਬ੍ਰੇਰੀ ਬਣ ਰਿਹਾ, ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਉਸ ਨੂੰ ਨਹੀਂ ਹੈ ਜੀ। ਠੀਕ ਹੈ, ਤਾਂ ਇਹ ਕੁਐਸਚਨ UGC ਨੈਟ ਦੇ ਵਿੱਚ ਬਣਿਆ ਸੀ 1936 ਉਸਦਾ ਉੱਤਰ ਸੀ। ਪਹਿਲਾਂ ਆਪਾਂ ਜੋ ਅੱਜ ਆਪਣਾ ਜੋ ਚੈਪਟਰ ਚੱਲ ਰਿਹਾ ਬੇਟਾ ਕੈਟਲੌਗ ਮੈਂ ਤੁਹਾਨੂੰ ਪੜ੍ਹਾ ਰਿਹਾ, ਇਸ ਦੇ ਵਿੱਚ ਕੈਟਲੌਗ ਦੇ ਅੱਜ ਤੱਕ ਜਿੰਨੇ ਵੀ ਕੋਡ ਆਏ ਨੇ ਉਹਨਾਂ ਬਾਰੇ ਆਪਾਂ ਗੱਲ ਕੀਤੀ। ਪਹਿਲਾ ਕੋਡ ਹੈ ਸਾਰਾ ਬ੍ਰਿਟਿਸ਼ ਮਿਊਜ਼ੀਅਮ ਕੋਡ, ਜਿਸ ਨੂੰ ਪੈਂਜੀ ਕੋਡ ਵੀ ਕਿਹਾ ਜਾਂਦਾ ਹੈ। ਇਸ ਦਾ ਨਿਰਮਾਣ ਐਂਥਨੀ ਪੈਂਜੀ ਦੇ ਦੁਆਰਾ ਇਸ ਦਾ ਨਿਰਮਾਣ ਉਹ ਕੀਤਾ ਗਿਆ ਸੀ। ਨਿਰਮਾਣ ਕੀਤਾ ਗਿਆ ਸੀ 1841 ਈਸਵੀ ਵਿੱਚ, ਲੇਕਿਨ ਇੱਕ ਜਿਸ ਦੇ ਵਿੱਚ ਨਿਯਮਾਂ ਦੀ ਸੰਖਿਆ ਕੋਡ ਸੀ ਕੁੱਲ 91, ਲੇਕਿਨ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਸਨ 1936 ਈਸਵੀ ਵਿੱਚ, ਇਸ ਦੇ ਵਿੱਚ 50 ਨਿਯਮ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਤੇ ਇਸ ਸਮੇਂ यदि पूछे कि ब्रिटिश म्यूजियम कोड में कुल कितने कोड ने, इस समय बेटा 1841 कोड ने, तो 1936 ईस्वी जो है इस 50 कोड है वो डिलीट कर दिए गए सन। आगे आप गल करिए दूसरा जो कोड है बेटा वो है चार्ल्स जे जीवन कोड। चार्ल्स सी जीवन कोड, चार्ल्स सी जीवन कोड होना ना इथों मैचिंग का क्वेश्चन बहुत बढ़िया UGC नेट ਦੇ ਵਿੱਚ KVS ਵਿੱਚ NVS ਵਿੱਚ ਨਿਕਲ ਕੇ ਆਵੇਗਾ। मैं ਦੱਸਦਾ ਹਾਂ ਤੁਹਾਨੂੰ ਇਸ ਦਾ ਨਿਰਮਾਣ ਅਮਰੀਕਾ ਦੇ ਵਿੱਚ ਹੋਇਆ ਸੀ। ਇਸ ਦਾ ਨਿਰਮਾਣ 1852 ਈਸਵੀ ਦੇ ਵਿੱਚ ਆਪਾਂ ਗੱਲ ਕਰੀਏ ਅਮਰੀਕਾ ਦੇ ਵਿੱਚ ਇਸ ਦਾ ਨਿਰਮਾਣ ਹੈ ਜੋ ਹੋਇਆ ਸੀ। ਇਸ ਦਾ ਕ੍ਰਮ ਪੁੱਛ ਲੈਂਦੇ ਆ, ਇੱਕ ਹੋਰ ਦੇ ਅਨੁਸਾਰ ਇਹਨਾਂ ਦੀ ਮੈਚਿੰਗ ਪੁੱਛੀ ਜਾਂਦੀ ਹੈ ਬੇਟਾ। ਇਸ ਵਿੱਚ ਨਿਯਮ ਸਨ ਉਹ 39 ਨਿਯਮ ਸਨ, 39 ਨਿਯਮ ਸਨ ਅਤੇ ਇਹ ਜੋ ਹੈ ਆਧਾਰਿਤ ਆਪਾਂ ਗੱਲ ਕਰੀਏ ਆਧਾਰਿਤ ਕਿਸ ਤੇ ਸੀ, ਜੋ ਇਹ ਪੈਂਜੀ ਕੋਡ ਤੇ ਸੀ। ਆਪਾਂ ਗੱਲ ਕਰੀਏ ਇਹ ਜੋ ਨਿਯਮ ਸਨ ਆਧਾਰਿਤ ਇਹ ਬ੍ਰਿਟਿਸ਼ ਮਿਊਜ਼ੀਅਮ ਕੋਡ ਉੱਤੇ ਆਧਾਰਿਤ ਸੀ। ਬ੍ਰਿਟਿਸ਼ ਮਿਊਜ਼ੀਅਮ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਪੈਂਜੀ ਕੋਡ ਉੱਤੇ ਆਧਾਰਿਤ ਸੀ, ਜਿਸ ਦਾ ਨਿਰਮਾਣ ਚਾਰਲਸ ਦੀ ਜੀਵਨ ਕੋਡ ਦੇ ਦੁਆਰਾ ਰੂਪ ਦੇ ਵਿੱਚ ਕੀਤਾ ਗਿਆ ਸੀ। ਕਦੋਂ ਨਿਰਮਾਣ ਹੋਇਆ ਇਸ ਦਾ 1852 ਈਸਵੀ ਦੇ ਵਿੱਚ। ਕਦੋਂ ਨਿਰਮਾਣ ਹੋਇਆ 1852 ਈਸਵੀ। ਤਾਂ ਇਹ ਸਾਡਾ ਹਾਲਾਂਕਿ ਜੋ ਮੇਰੇ ਦੇਖੋ ਕਿਤਾਬ ਹੈ ਉਸ ਦੇ ਵਿੱਚ ਇਹ ਚੀਜ਼ਾਂ ਹਾਲਾਂਕਿ ਜਿਹੜੇ ਬੱਚੇ ਹੁਣ ਪੜ੍ਹਦੇ ਆ ਅਪਡੇਟ ਹੈ ਉਹਨਾਂ ਨੂੰ ਮੈਂ ਇਹ ਚੀਜ਼ਾਂ ਸਿਸਟਮ ਕਰਵਾ ਰਿਹਾ ਆਲਰੇਡੀ ਕਰਾਵਾਂਗਾ, ਲੇਕਿਨ ਇਹ ਕਿਤਾਬ ਮੇਰੀ ਆਈ ਸੀ ਉਸ ਦੇ ਵਿੱਚ ਇਹ ਚੀਜ਼ਾਂ ਉਹ ਤਾਂ ਦੇਖੋ 2021 ਦੀ ਹੈ, ਅੱਜ ਲਗਭਗ ਉਸ ਨੂੰ 4-5 ਸਾਲ ਹੋਰ ਚੱਲੇ ਤਾਂ ਫਿਰ ਤਾਂ ਹੁਣ ਸਿਸਟਮ ਲਗਭਗ ਬੜੀਆ ਚੇਂਜ ਵੀ ਹੋ ਗਿਆ ਹੈ। ਅਲੱਗ-ਅਲੱਗ ਐਗਜ਼ਾਮ ਦਾ ਲੈਵਲ ਵੀ ਦੇਖਿਆ ਜਾਂਦਾ ਹੈ ਕਿ ਕਿਸ ਲੈਵਲ ਦਾ ਕਰਵਾ ਰਹੇ ਨੇ, ਉਹ ਸਾਰੀ ਚੀਜ਼ਾਂ ਤੁਹਾਨੂੰ ਬੜੀਆ ਮਿਲ ਜਾਣਗੀਆਂ। ਠੀਕ ਹੈ, ਇਸ ਤੋਂ ਇਲਾਵਾ ਚਾਰਲਸ ਦੇ ਜੀਵਨ ਕੋਡ ਹੈ ਇਹ 1852 ਈਸਵੀ ਦੇ ਵਿੱਚ ਆਇਆ ਹੈ ਤੇ ਅਮਰੀਕਾ ਵਿੱਚ ਇਸ ਦਾ ਨਿਰਮਾਣ ਹੈ ਜੋ ਕੀਤਾ ਗਿਆ ਸੀ। ਇਸ ਦੇ 39 ਨਿਯਮ ਸਨ ਅਤੇ ਇਹ ਬ੍ਰਿਟਿਸ਼ ਮਿਊਜ਼ੀਅਮ ਕੋਡ ਜੋ ਹੈ ਲੰਡਨ ਵਾਲੇ ਤੇ ਉਤੇ ਇਹ ਬੇਟਾ ਆਧਾਰਿਤ ਸੀ। ਇਸ ਤੋਂ ਇਲਾਵਾ ਅੱਗੇ ਆਪਾਂ ਗੱਲ ਕਰੀਏ ਜੋ ਸਭ ਤੋਂ ਮਹੱਤਵਪੂਰਨ ਹੈ ਉਸ ਦਾ ਨਾਮ ਹੈ ਰੂਲਸ ਫॉर ए डिक्शनरी कैटलॉग। किस तरह की है रूल्स फॉर ए डिक्शनरी कैटलॉग कोड। ठीक है, एक ही सी बेटा रूल्स फॉर ए डिक्शनरी कैटलॉग कोड निर्माण हुआ है इसका 1876 ईस्वी। निर्माण कदों होया है 1876 ईस्वी इसका निर्माण किया है। तो इसका निर्माण करता कौन है बेटा, निर्माण करता इसका है चार्ल्स एमी कटर। चार्ल्स कई बार इसका फुल फॉर्म भी पूछ लेंगे, छोटा सा जो एग्जाम होता चार्ल्स एमी कटर। ये चार्ल्स एमी कटर वही है जिन्होंने है जो फादर ऑफ इंडेक्सिंग किया जाता है। ये चार्ल्स एमी कटर वही व्यक्ति ने जिन्होंने बहुविभाजन का निर्माण एक्सपेंसिव क्लासिफिकेशन में दिता सी। हालांकि वो 1891-93 आई सी। उस तो पहला इन्हें रूल्स फॉर डिक्शनरी कैटलॉग कोड के नाम तो कैटलॉगिंग के क्षेत्र दे विच जो है नियम दिते सन। इस दे विच नियमां दी संख्या की आपां गल करिए नियमां दी संख्या की आपां गल करिए तो इस दे विच नियमां दी संख्या की आपां गल करिए तो इस दे विच नियमां दी संख्या बेटा 205 सी। की है 205 सी, 205 सी। इसका प्रकाशन वाशिंगटन यूएसए तो है सी बेटा। प्रकाशन के पास सी वाशिंगटन यूएसए तो इसका है जो प्रकाशन इसके जो है
ਕੀਤਾ ਗਿਆ ਸੀ ਡਿਕਸ਼ਨਰੀ ਫॉर जो है रूल्स फॉर ए डिक्शनरी कैटलॉग कोड ਦਾ। ਤੇ ਇਸ ਦਾ ਲਾਸਟ ਜੋ ਐਡੀਸ਼ਨ ਹੈ, ਲਾਸਟ ਆਪਾਂ ਗੱਲ ਕਰੀਏ 4th ਐਡੀਸ਼ਨ ਹੈ ਬੇਟਾ रूल्स फॉर डिक्शनरी कैटलॉग ਦਾ, ਜਿਸ ਦਾ ਪ੍ਰਕਾਸ਼ਨ ਹੈ ਉਹ ਜੋ ਹੈ 1904 ਈਸਵੀ ਦੇ ਵਿੱਚ ਕੀਤਾ ਗਿਆ ਸੀ। ਉਸ ਦੇ ਵਿੱਚ 1904 ਈਸਵੀ ਦੇ ਵਿੱਚ ਜੋ ਇਸ ਦਾ ਪ੍ਰਕਾਸ਼ਨ ਹੈ ਉਹ ਕੀਤਾ ਗਿਆ ਸੀ। 1904 ਈਸਵੀ ਦੇ ਵਿੱਚ 4th ਐਡੀਸ਼ਨ ਇਹਨਾਂ ਦਾ ਲਾਸਟ ਐਡੀਸ਼ਨ ਹੈ रूल्स फॉर डिक्शनरी कैटलॉग ਦੇ ਕੋਡ ਵਿੱਚ, ਜਿਸ ਦੇ ਵਿੱਚ ਨਿਯਮਾਂ ਦੀ ਸੰਖਿਆ ਦੀ ਆਪਾਂ ਗੱਲ ਕਰੀਏ बेटा 369 ਸੀ। इसलिए 369 ਨਿਯਮ ਇਸ ਦੇ ਵਿੱਚ ਸਨ, ਜਿਨ੍ਹਾਂ ਦਾ ਪ੍ਰਕਾਸ਼ਨ 1904 ਈਸਵੀ ਦੇ ਵਿੱਚ ਜੋ ਹੈ ਉਹ ਵਾਸ਼ਿੰਗਟਨ USA ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਦੁਬਾਰਾ ਸਮਝੋ, तीसरा महत्वपूर्ण कोड आप पढ़ जा रहे हैं रूल्स फॉर ए डिक्शनरी कोड। बहुत बढ़िया जो है रूल्स फॉर ए डिक्शनरी कैटलॉग कोड के नाम तो इसको जाना जाता है। ये लगभग एग्जाम के मेरे हिसाब से आएगा क्वेश्चन है। इसका निर्माण 1876 ईस्वी में चार्ल्स एमी कटर ने किया गया सी। जो इन्होंने चार्ल्स एमी कटर ने 2000 जो है 1876 ईस्वी में रूल्स फॉर डिक्शनरी कैटलॉग कोड का निर्माण किया सी, उस समय नियमों की संख्या बेटा 205 सी। कितनी सी? 205 सी। तो इस जो है नियमों की संख्या 5 सी, 205 सी। तो इसका प्रकाशन वाशिंगटन USA तो रूल्स फॉर डिक्शनरी कैटलॉग कोड का प्रकाशन है वो किया गया सी। लेकिन इसका 4th एडिशन लास्ट जो एडिशन है ना बेटा वो आया सी 1904 ईस्वी के प्रिंट रूप के, जिस नियमों की संख्या 369 सी जी। ठीक है। इस तो इलावा मैं तुम्हें ये दस चुकिया कि चार्ल्स एमी कटर को फादर ऑफ कैटलॉग, चार्ल्स एमी कटर को जो फादर ऑफ इंडेक्सिंग के नाम तो भी जानिया जाता है। अगला आप जो इस कैटलॉग कोड के गल कर जा रहे हैं वो बेटा कैटलॉग कोड है डियास का कोड। डियास का कोड डियास का कोड के बारे में आप गल करिए तो इसका निर्माण 1886 ईस्वी 1886 10 साल बाद इसका जो रूल्स फॉर डिक्शनरी कैटलॉग तो बाद इसका 1886 जो है निर्माण किया सी। इसका निर्माण करता सन बेटा प्रोफेसर डियास का, प्रोफेसर डियास का। इन्हों के द्वारा है जो इस कोड का निर्माण है वो किया गया सी। आप गल करिए इस कोड का अंग्रेजी अनुवाद है जो इसका अंग्रेजी अनुवाद अंग्रेजी इंग्लिश ट्रांसलेशन आप गल करिए बेटा, जिसका इंग्लिश ट्रांसलेशन है वो एक व्यक्ति का नाम याद रखना है तुसी। इसका जो बेटा इंग्लिश के अनुवाद किया गया सी, उस व्यक्ति का नाम सी के ए, इसका नाम सी बेटा के लैंडरफेल्ड। इस व्यक्ति के द्वारा है जो डिजास का कोड सी 1886 ईस्वी वाला, इसका है जो इसका अंग्रेजी के अनुवाद है वो किया गया सी। ये अनुवाद किया गया सी बेटा 1890 ईस्वी में। अनुवाद कदों किया गया सी? 1890 ईस्वी में डियास का कोड है जो इंग्लिश के जो है रूपांतरण किया गया सी। दोबारा सुन लो, चौथा जो महत्वपूर्ण कोड है ये आया 1886 ईस्वी। 1876 केड़ा आया हमने मैं तुहानू कराया रूल्स फॉर डिक्शनरी कैटलॉग कोड के नाम तो 1876 ईस्वी में आया। लेकिन डियास का कोड है, डिजास का कोड है जो 1886 ईस्वी जो है आया सी। इसके निर्माण करता प्रोफेसर डियास कैसन। ठीक है। लेकिन जो इसका अंग्रेजी अनुवाद है वो 1800 जो है वो 90 ईस्वी के है के लिंडरफेल्ड के द्वारा इसका 1890 ईस्वी इंग्लिश के ट्रांसलेशन है इसका किया गया सी। अगे आप गल करिए तो पंजवा महत्वपूर्ण कैटलॉग कोड है इसके जिसका नाम से प्रूशियन इंस्ट्रक्शन, प्रूशियन इंस्ट्रक्शन कोड, प्रूशियन इंस्ट्रक्शन कोड। इंस्ट्रक्शन कोड इसका निर्माण 1899 ईस्वी के किया गया। अगला की है, अगला आप गल करिए क्रम के अनुसार तो पंजवा महत्वपूर्ण कोड है प्रूशियन इंस्ट्रक्शन कोड। इसका निर्माण जर्मनी के
ਨਿਰਮਾਣ ਕਿੱਥੇ ਹੋਇਆ ਸੀ? ਨਿਰਮਾਣ ਬੇਟਾ ਜਰਮਨੀ ਦੇ ਵਿੱਚ ਹੋਇਆ ਸੀ। ਜਰਮਨੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਸ ਦਾ ਨਿਰਮਾਣ ਹੈ ਉਹ ਕੀਤਾ ਗਿਆ ਸੀ। ਇਸ ਦਾ ਸਿਰਫ ਸਾਨੂੰ ਧਿਆਨ ਰੱਖਣਾ ਹੈ 1899 ਈਸਵੀ ਦੇ ਵਿੱਚ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਛਠਾ ਮਹੱਤਵਪੂਰਨ ਕੋਡ ਆਂਦਾ ਹੈ ਐਂਗਲੋ ਅਮਰੀਕਨ ਕੋਡ 1908 ਈਸਵੀ। एंग्लो अमेरिकन कोड 1908 बहुत महत्वपूर्ण बेटा। इस तो इलावा एंग्लो अमेरिकन कोड विश्व ਦੇ ਵਿੱਚ ਇਹੋ ਜਿਹਾ ਕੋਡ ਹੈ ਜੋ ਵਿਸ਼ਵ ਦਾ ਪਹਿਲਾ ਅੰਤਰਰਾਸ਼ਟਰੀ ਕੋਡ ਹੈ। ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ ਕਿ ਅਗਲੇ ਵਿੱਚੋਂ ਕਿਹੜਾ ਕੋਡ ਹੈ ਜੋ ਵਿਸ਼ਵ ਦਾ ਪਹਿਲਾ ਅੰਤਰਰਾਸ਼ਟਰੀ ਕੋਡ ਹੋਣ ਦਾ ਗੌਰਵ ਪ੍ਰਾਪਤ ਹੈ, ਤਾਂ एंग्लो अमेरिकन कोड 1908 ਈਸਵੀ ਵਾਲਾ। ਠੀਕ ਹੈ, ਆਪਾਂ ਕਹਿ ਸਕੀਏ ਇਸ ਦੀ ਖਾਸ ਬਾਤ ਇਹ ਹੈ कि विश्व का पहला विश्व का पहला अंतरराष्ट्रीय कोड है कि है अंतरराष्ट्रीय कोड होने का इसमें गौरव प्राप्त है एंग्लो अमेरिकन कोड 1908 ईस्वी। ठीक है, एंग्लो अमेरिकन कोड कदों आया है? 1908 ईस्वी दे विच आया है। अते एक ही है बेटा विश्व का जो आप गल करिए ਤਾਂ ਪਹਿਲਾ है जो अंतरराष्ट्रीय कोड होने इसमें गौरव है वो प्राप्त है 1908 ईस्वी ਦੇ ਵਿੱਚ इसका जो है प्रकाशन किया गया सी एंग्लो अमेरिकन कोड। इसका प्रकाशन आप गल करिए बेटा ALA प्लस BLA द्वारा किया गया सी। ALA मतलब अमेरिकन लाइब्रेरी एसोसिएशन, प्रकाशन किसने किया है? प्लस इसका किया सी BLA ब्रिटिश लाइब्रेरी एसोसिएशन ने मिलकर इसका है जो प्रकाशन है वो किया गया सी। हालांकि जो इसकी शुरुआत कदों हुई बेटा? शुरुआत देखो ये अगे आप जो कोड पढ़ांगे ना, इन्हां दी शुरुआत पहला इन्हां दी किसी न्यूज़पेपर दे विच आउंदे ने या किसी दी पत्रिका विच आउंदे ने, फिर इन्हां दे उत्ते कमेटियां बनाई जांदियां ने, फिर इन्हां कोडां दा जो एक कोड होंदे ने इन्हां दा जो है साइंटिफिक रूप दे विच आपां गल करिए ਤਾਂ ਇਹਨਾਂ ਨੂੰ जो है प्रैक्टिकल ਦੇ ਵਿੱਚ ਲਿਆ ਜਾਂਦਾ ਹੈ। ਜਦੋਂ ਇਹ ਚੀਜ਼ ਇੰਪਰੂਵ ਹੋ ਜਾਂਦੀ ਹੈ ਫਿਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ। ਤਾਂ ਹੀ ਆਪਾਂ ਕਹਿ ਸਕਦੇ ਹਾਂ ਪਹਿਲਾ ਅੰਤਰਰਾਸ਼ਟਰੀ ਇਹ ਸੀ ਕਿ ਇਹ ਜੋ ਪੂਰੀ ਤਰ੍ਹਾਂ ਨਾਲ ਆਪਾਂ ਗੱਲ ਕਰੀਏ ਐਂਗਲੋ ਅਮਰੀਕਨ ਕੋਡ ਹੈ ਉਹ ਵਿਗਿਆਨਿਕ ਪੱਧਤੀ ਦੇ ਅਨੁਸਾਰ ਪੂਰੇ ਵਿਸ਼ਵ ਦੇ ਰੂਪ ਦੇ ਵਿੱਚ ਸਮਾਨ ਰੂਪ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾ ਸਕਦਾ ਸੀ। ਇਸ ਲਈ ਹੈ ਐਂਗਲੋ ਅਮਰੀਕਨ ਕੋਡ ਨੂੰ 1908 ਈਸਵੀ ਦੇ ਵਿੱਚ ਵਿਸ਼ਵ ਦਾ ਪਹਿਲਾ ਹੈ ਜੋ ਅੰਤਰਰਾਸ਼ਟਰੀ ਲਾਇਬ੍ਰੇਰੀ ਕੋਡ ਹੋਣ ਦਾ ਗੌਰਵ ਹੈ ਜੋ ਪ੍ਰਕਾਸ਼ਨ ਇਸ ਨੂੰ जो है किता से। इसकी आप शुरुआत आप प्रकाशन था इसने ALA प्लस BLA अमेरिकन लाइब्रेरी एसोसिएशन प्लस ब्रिटिश लाइब्रेरी एसोसिएशन ने साझे रूप के इसका प्रकाशन है वो किया से। हालांकि आप इसकी गल करिए इसकी शुरुआत जो हुई से ना बेटा, शुरुआत जो हुई से वो 1883 ईस्वी के विच हुई सी। ये है लाइब्रेरी इसकी एंग्लो अमेरिकन कोड प्रकाशन देखो कदों जाके होंदा है 1908 ईस्वी, लेकिन शुरुआत इसकी कदों हो जाती है 1883 ईस्वी विच जो आप गल करिए लाइब्रेरी जर्नल नाम की पत्रिका सी। लाइब्रेरी जर्नल के बारे में तुसीं पहला पढ़िया होना। लाइब्रेरी जर्नल इहो जी पहली अंतरराष्ट्रीय लाइब्रेरी की पत्रिका सी जिसका संचालन 1876 ईस्वी के किया गया सी। इस तो इलावा मेलविल लुई डेवे इस तो 1890 तो लेकर 1893 ईस्वी तक मेरी व्याल में इसका संपादन भी किया सी। एक क्वेश्चन राजस्थान लाइब्रेरी के आप गल करिए कॉलेज लाइब्रेरी के एक क्वेश्चन पूछा से 1890 तो 1893 वाला क्वेश्चन है। ठीक है, तो लाइब्रेरी जर्नल नाम की पत्रिका से ये विश्व की पहली लाइब्रेरी पत्रिका से जिसकी शुरुआत 1876 ईस्वी के इसकी शुरुआत हो की गई सी। ठीक है, कल अपनी चल रही है कि 1883 ईस्वी के लाइब्रेरी जर्नल की पत्रिका के एक टाइटल दिता सी बेटा जिसका नाम सी कंडेंस्ड रूल फॉर। टाइटल का नाम है कंडेंस्ड रूल फॉर रूल्स फॉर ये इसका टाइटल से जिसके विच इसको 1883 ईस्वी पर प्रकाशन किया गया फॉर एन ऑथर एंड टाइटल कर कंडेंस्ड रूल फॉर एन ऑथर्स एन ऑथर्स अगे आप इस गल करिए एंड टाइटल कह एंड टाइटल कैटलॉग के नाम तो सब तो पहला है जो एंग्लो अमेरिकन कोड नो 1883 ईस्वी के विच प्रकाशित किया गया सी। आप यदि पूछा गया क्वेश्चन है कि ये टाइटल है वो किस नाल संबंधित है
ਤਾਂ ਕਿਸ ਨਾਲ ਸੰਬੰਧਿਤ ਹੈ ਬੇਟਾ? ਐਂਗਲੋ ਅਮਰੀਕਨ ਜਿਹੜਾ ਕੋਡ ਸੀ 1908 ਨਾਲ ਇਹ ਸੰਬੰਧਿਤ ਹੈ। ठीक है, एक क्वेश्चन यूजीसी नेट ਦੇ ਵਿੱਚ ਜਾਂ ਇਸ ਪ੍ਰਕਾਰ ਦੇ क्वेश्चन ऑलरेडी बन चुके हैं भी। इसने पूछा सी इस कोड ਦਾ ਸੰਬੰਧ ਕਿਸ ਨਾਲ ਸੰਬੰਧਿਤ ਹੈ? ਤਾਂ WACR ਫਸਟ ਦੇ ਨਾਲ ਇਹ ਇਸ कोड सी एंग्लो अमेरिकन कोड 1908 ਨਾਲ ਇਹ संबंधित है भी। ठीक है जी। लेकिन फिर क्यों होया कि ना 1883 ईस्वी जो है इसका पब्लिकेशन करता, लेकिन 1900 पूरी 1900 ईस्वी ਦੇ ਵਿੱਚ 1900 ईस्वी ਦੇ ਵਿੱਚ ਇੱਕ ਵਿਅਕਤੀ ਆਂਦਾ ਬੇਟਾ CM ਹੈਂਸਨ। ਕੀ ਹੈ? JCM ਹੈਂਸਨ ਸੀ। JCM ਹੈਂਸਨ ਸੀ। ਇਸ ਦੀ जो है ਆਪਾਂ ਗੱਲ ਕਰੀਏ ਅਗਵਾਈ ਦੇ ਹੇਠ ਇੱਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਇਹ ਜਾਂਚ ਕੀਤੀ ਕਿ ਜੋ ਕੋਡ 1883 ਈਸਵੀ ਦੇ ਵਿੱਚ ਲਾਇਬ੍ਰੇਰੀ ਜਰਨਲ ਨਾਮ ਦੀ ਪਤਰਿਕਾ ਦੇ ਵਿੱਚ ਜਿਸ ਦਾ ਟਾਈਟਲ ਸੀ ਕੰਡੈਂਸ ਰੂਲਸ ਫॉर ਐਨ ਆਥਰ ਐਂਡ ਟਾਈਟਲ ਕੈਟਾਲੌਗ ਦੇ ਨਾਮ ਤੋਂ ਇਹ ਪ੍ਰਕਾਸ਼ਿਤ ਕੀਤੇ ਗਏ ਸਨ ਕਿ ਇਹ ਕੋਡ ਸਹੀ ਹੈ ਜਾਂ ਨਹੀਂ ਹੈ। ਤਾਂ ਸਮਿਤੀ ਕਦੋਂ ਬਣਦੀ ਹੈ? 1900 जो है 1900 ईस्वी ਵਿੱਚ JCM ਹੈਂਸਨ ਦੇ ਵਿਅਕਤੀ ਦੇ ਜੋ ਹੈ ਇਸ ਦੀ ਪ੍ਰਧਾਨਗੀ ਦੇ ਹੇਠ ਬਣਦੀ ਹੈ। ਇਹ ਕੀ ਕਰਦਾ ਹੈ? ਇਹਨਾਂ ਦੇ ਜੋ ਵੀ ਇਹ ਕੋਡ ਸਨ ਇਹਨਾਂ ਦੇ ਬਾਰੇ ਵਿੱਚ ਇਸਨੇ ਪੂਰੀ ਹੈ ਜੋ ਸਟੱਡੀ ਕੀਤੀ ਅਤੇ ਇਸ ਸਟੱਡੀ ਕੀਤੀ ਅਤੇ ਇਹਨਾਂ ਕੋਡਾਂ ਨੂੰ ਇਹਨਾਂ ਨੂੰ ਕਿ ਜੋ ਕੋਡ ਸਨ ਇਹਨਾਂ ਨੇ ਸਹੀ ਪਾਇਆ ਗਿਆ ਸੀ। ਤੇ ਇਸ ਪ੍ਰਕਾਰ ਇਹਨਾਂ ਨੇ ਜੋ ਆਪਾਂ ਗੱਲ ਕਰੀਏ ALA प्लस BLA द्वारा ਸਾਂਝੇ ਰੂਪ ਦੇ ਵਿੱਚ 1908 ਈਸਵੀ ਵਿੱਚ ਐਂਗਲੋ ਅਮਰੀਕਨ ਕੋਡ ਦਾ ਬੇਟਾ ਕੀ ਕੀਤਾ ਗਿਆ ਸੀ? ਪ੍ਰਕਾਸ਼ਨ ਹੈ ਉਹ ਕੀਤਾ ਗਿਆ ਸੀ। ਦੁਬਾਰਾ ਸਮਝ ਲਓ ਅਗਲਾ ਜੋ ਹੁਣ ਜੋ ਮੈਂ ਤੁਹਾਨੂੰ ਮਹੱਤਵਪੂਰਨ ਕੋਡ ਕਰਾਇਆ AA ਕੋਡ ਕਰਾਇਆ। ਕੀ ਕਿਹਾ ਜਾਂਦਾ ਹੈ? AA ਕੋਡ 1908 ਈਸਵੀ ਦੇ ਨਾਮ ਤੋਂ ਇਸ ਨੂੰ कराया। ए दा कोड एंग्लो अमेरिकन कोड है 1908 ईस्वी। लेकिन इसकी शुरुआत यदि पूछे तो बेटा कदों हुई है? इसकी शुरुआत हुई है 1883 ईस्वी। 1883 ईस्वी में लाइब्रेरी जर्नल, हालांकि लाइब्रेरी जर्नल की शुरुआत 1836 ईस्वी के विच हुई है। ठीक है, तो वो विश्व लेवल की पहली जो है पीरियोडिकल लाइब्रेरी साइंस की होने का गौरव प्राप्त है लाइब्रेरी जर्नल। ठीक है, तो 1883 ईस्वी के विच लाइब्रेरी जर्नल के विच एक टाइटल आता है कंडेंस रूल्स फॉर एन ऑथर एन टाइटल के नाम तो जो है इस नियमां का प्रकाशन किया गया सी। लेकिन 17 साल बीतण तो बाद JCM हैंसन की प्रधानगी के हेठ या उन्होंने अध्यक्षता प्रेजिडेंसी के हेठ एक समिति बनाई गई सी। तो इस समिति ने इसलिए बनाई गई सी कि जो 1883 ईस्वी के विच लाइब्रेरी जर्नल नाम की जो पत्रिका है इस कंडेंस रूल्स फॉर एन ऑथर एन टाइटल के नाम तो जो लाइब्रेरी के क्षेत्र के कोड आए सन कि ये सही है कि नहीं है। JCM हैंसन ने 1900 ईस्वी के इसके जो है अपनी रिसर्च चालू की या इसमें आप विज्ञानिक रूप के इसमें जो है परखना चालू किया उसने पाया कि ये चीज़ सही है। उन्होंने जो है अगवाई हेठ जो है ALA अमेरिकन लाइब्रेरी जो BLA ब्रिटिश लाइब्रेरी एसोसीएशन ने मिलकर, हालांकि ALA की स्थापना कदों ही है? अमेरिकन लाइब्रेरी एसोसीएशन की 1876 ईस्वी के ब्रिटिश लाइब्रेरी एसोसीएशन की स्थापना 1877 ईस्वी के हुई है। तो ALA प्लस BLA ने सांझे रूप के 1908 ईस्वी के किसका प्रकाशन किया इसी बेटा? तो जो है एंग्लो अमेरिकन कोड 1908 ईस्वी का प्रकाशन है दोनों ने सांझे रूप के किया। ठीक है, समझा गया कोड। आगे आप गल करिए अगला जो नेक्स्ट कोड मेरे को आ रहा है वो है बेटा वेटिकन कोड 1927। वेटिकन कोड 1927 हुण ये मैचिंग दे विच आवेगा बेटा, मैं दस देना तुहानूं 1927 ईस्वी। ठीक है, वेटिकन कोड कदों आया है? 1927 ईस्वी दे विच ये आया है जी। इसका भी प्रकाशन अमेरिका तो दो व्यक्तियों ने करता सी, एक था JCM हैंसन सी वेटिकन कोड दे विच JCM हैंसन प्लस दूसरा इसके विच जो व्यक्ति आते हैं उन्हों का नाम सी WW विसो। WW विसो के द्वारा सांझे रूप के 1927 ईस्वी में किसका प्रकाशन किया गया सी? ताकि वेटिकन कोड दे विच जो है इन्हां दा प्रकाशन 1927 ईस्वी में किया गया सी। ते इसका प्रकाशन वेटिकन लाइब्रेरी द्वारा इसका पब्लिकेशन है वो 1931 ईस्वी में इसका प्रकाशन किया गया। वेटिकन लाइब्रेरी द्वारा इसका प्रकाशन आप गल करिए तो कदों किया गया बेटा? 1931 ईस्वी में इसका प्रकाशन है वो किया गया।
जो अगे महत्वपूर्ण कोड है वो है बेटा वेटिकन कोड 1927। ये मैचिंग ਦੇ ਵਿੱਚ ਬਣੇਗਾ यूजीसी नेट ਦੇ ਵਿੱਚ केवीएस एनवीएस जिथे मर्जी आ सकता है। देखो ये जो अपने टॉपिक होने चल रहे हैं इस मैं पंजाब लाइब्रेरी, पंजाब स्कूल लाइब्रेरी रजिस्टर, केवीएस एनवीएस ईएमआरएस यूजीसी नेट इन्होंने सारिਆਂ शामिल लेके चल रहा। इस प्रकार का मैटर मैं तुम्हें करवा रहा जी, ठीक है। तो वेटिकन कोड कुछ था 1927 ईस्वी किसने की सी जेसीएम हैंसन। जेसीएम यही व्यक्ति ने जिन्होंने जो 1900 ईस्वी एंग्लो अमेरिकन कोड 1908 ईस्वी के कोड जो उन्होंने कमेटी बनी थी उसकी प्रधानगी भी इन्होंने की सी। 1927 ईस्वी वेटिकन कोड आना 1927 ईस्वी इस व्यक्ति सन जेसीएम हैंसन प्लस डब्ल्यू बिशप ने साझे रूप के किसका निर्माण किया 1927 ईस्वी, लेकिन इसका प्रकाशन वेटिकन लाइब्रेरी के द्वारा 1931 ईस्वी के किया गया सी। अगे आप गल करिए अज की बहुत महत्वपूर्ण जो है वो क्लासिफिकेशन कोड है ट्रिपल सी। ट्रिपल सी क्लासिफाइड कैटलॉग कोड, क्लासिफाइड कैटलॉग कोड। हालांकि इसका पूरा नाम क्लासिफाइड कैटलॉग कोड विद एडिशनल रूल्स विद डिक्शनरी कैटलॉग कोड के नाम तो जाना जाता है। दोबारा समझ लो, ट्रिपल सी का पूरा नाम क्लासिफाइड कैटलॉग कोड विद एडिशनल रूल्स विद जो है डिक्शनरी कैटलॉग कोड के नाम तो ट्रिपल सी ਨੂੰ जाना जाता है। ये बहुत छोटा जिहा ते प्यारा जिहा नाम है ट्रिपल सी का, लेकिन साधारण तौर पर आप क्लासिफाइड कैटलॉग कोड के नाम तो ट्रिपल सी इसको जानते हैं। अगे आप गल करिए इसका निर्माण कदों किया गया बेटा। निर्माण ये सब तो वड्डी गल है, ये भारत की पहली वर्गीकरण विधि ये की है भारत की पहली वर्गीकरण पद्धति है। पहली वर्गीकरण जो है बेटा विधि है कि है भारत की ये पहली जो है क्लासिफिकेशन सिस्टम होने का गौरव प्राप्त है वो है बेटा ट्रिपल सी। इसका निर्माण करता कौन बेटा? निर्माण करता है इसे निर्माण करता है डॉक्टर शाली रामामिता रंगानाथन अय्यर के द्वारा इसका निर्माण है वो किया गया सी। कुल संस्करण कितने आ चुके हैं बेटा? कुल एडिशन की आप गल करिए तो कुल इसके 5 संस्करण आ चुके हैं। कितने आ चुके हैं? 5 संस्करण एडिशन इसके आ चुके हैं। कदों कदों आए वो आप गल कर लेना। पहला इसका है बेटा 1934 ईस्वी। कदों आया पहला एडिशन? 1934, 1945, 1951। इसके अलावा आप गल करिए तो इससे आए बेटा 1958, 1958, 1964 लेकिन आप ध्यान करना जो 4th एडिशन आया ना, 4th एडिशन 1958 ईस्वी तो ट्रिपल सी बिबलियोग्राफी का प्रयोग हो रहा है। बिबलियोग्राफी का प्रयोग जो हो रहा है ट्रिपल सी के 4th एडिशन 1958 ईस्वी तो हो रहा है जी, ठीक है। इस तो अलावा अगे आप गल करिए तो इस आप गल करिए अज जो प्रयोग होता ना, अज जो प्रयोग हो रहा है वो है बेटा 5th एडिशन 1964 ईस्वी की है। 5th एडिशन 1964 ईस्वी का अज आप इसके जो है वो कर रहे हैं। दोबारा समझ लो ट्रिपल सी के आप गल करिए तो ट्रिपल सी का पूरा नाम है बेटा क्लासिफाइड कैटलॉग कोड विद एडिशनल रूल्स विद डिक्शनरी कैटलॉग कोड के नाम तो जानी जाती है। ये भारत की पहली जो आप गल करिए फर्स्ट क्लासिफिकेशन सिस्टम होने का गौरव इसको प्राप्त है जी ट्रिपल सी, ठीक है। इस तो अलावा आप गल करिए इसके अज तक कितने एडिशन आ चुके हैं जी? अज तक इसके 5 एडिशन आ चुके हैं। कितने आ चुके हैं? 5 एडिशन ट्रिपल सी के निर्माण जो आ चुके हैं। इसके निर्माण करता ने डॉक्टर शाली रामामिता रंगानाथन अय्यर। मेरा मानना ये है कि डॉक्टर शाली रामामिता रंगानाथन अय्यर विश्व के ही पहले व्यक्ति सन जिन्होंने क्लासिफिकेशन सिस्टम के नाम कैटलॉगिंग कोड सिस्टम भी इन्होंने दिता से जी, ठीक है। तो 5 एडिशन आए सन 1934, 1945, 1951, 1958 1964 ईस्वी। इस तो अलावा जो 4th एडिशन आया बेटा 1958 ईस्वी 1958 ईस्वी तो इसके किसका प्रयोग हो रहा है? 4th एडिशन तो बिबलियोग्राफी का प्रयोग है वो हो रहा है। इस तो अलावा जरा 5वां एडिशन है बेटा 1964 ईस्वी तो आया सी ते अज आप जो है अज आप 5th एडिशन 1964 ईस्वी का
ਪ੍ਰਯੋਗ ਕਰਿਆ ਤੇ ਆਪਾਂ ਕਲਾਸੀਫਿਕੇਸ਼ਨ ਦੇ ਵਿੱਚ ਕੋਲਨ ਕਲਾਸੀਫਿਕੇਸ਼ਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ 6th ਰੀਪ੍ਰਿੰਟ 1963 ਈਸਵੀ ਦਾ ਪ੍ਰਯੋਗ ਕਰਿਆ, ਜਿਸ ਦੇ ਵਿੱਚ ਪਰਸਨੈਲਿਟੀ, ਮੈਟਰ, ਐਨਰਜੀ, ਸਪੇਸ, ਟਾਈਮ ਦੇ ਆਧਾਰ ਤੇ ਜੋ ਹੈ ਕਲਾਸੀਫਿਕੇਸ਼ਨ ਹੁੰਦਾ ਹੈ ਕੋਲਨ ਕਲਾਸੀਫਿਕੇਸ਼ਨ ਦਾ। ਅਤੇ ਉਹਨਾਂ ਜੋ ਕਲਾਸੀਫਿਕੇਸ਼ਨ ਬਣਿਆ ਬੇਟਾ, ਜੋ ਆਰਟੀਫਿਸ਼ੀਅਲ ਨੰਬਰ ਆਪਣੇ ਕੋਲ ਆਏ ਨੇ ਉਹਨਾਂ ਤੋਂ ਕੈਟਲੌਗ ਦਾ ਨਿਰਮਾਣ ਹੈ ਉਹ ਹੁੰਦਾ ਹੈ। ਕੈਟਲੌਗ ਦੇ ਲਈ ਕਿਹੜਾ ਆਪਾਂ ਜੋ ਹੈ ਯੂਜ਼ ਕਰਿਆ, ਕੋਲਨ CCC ਦਾ ਕਲਾਸੀਫਾਈਡ ਕੈਟਲੌਗ ਕੋਡ ਦਾ 5th ਐਡੀਸ਼ਨ ਹੈ 1964 ਈਸਵੀ, ਉਸ ਦਾ ਆਪਾਂ ਹੈ ਪ੍ਰਯੋਗ ਕਰਿਆ ਕਾਰਡ ਬਣਾਉਣ ਦੇ ਲਈ। ਤਾਂ ਇਹ ਵੀ ਇਸਦਾ, ਹਾਲਾਂਕਿ ਇਹ ਜੋ ਹੈ ਇਸ ਦੇ ਵਿੱਚ ਹੋਰ ਵੀ ਕਈ ਵਰਗੀਕਰਨ ਜੋ ਹੈ ਕੈਟਲੌਗ ਕੋਡ ਇਸ ਦੇ ਵਿੱਚ ਸ਼ਾਮਿਲ ਆਉਣਗੇ ਫੁੱਲ ਕਲਾਸ ਦੇ ਵਿੱਚ, ਲੇਕਿਨ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਿਸ ਪ੍ਰਕਾਰ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਬਣੇ ਨੇ, ਕਿਹੜੇ ਕੁਐਸਚਨ ਬਣੇ ਨੇ, ਅੱਗੇ ਕਿਸ ਪ੍ਰਕਾਰ KVS ਤੱਕ ਨਹੀਂ UGC ਨੈਟ ਤੱਕ ਵੀ ਕਿਸ ਪ੍ਰਕਾਰ ਦੇ ਕੁਐਸਚਨ ਇਸ ਦੇ ਵਿੱਚ ਆ ਸਕਦੇ ਨੇ, ਉਹਨਾਂ ਬਾਰੇ ਵਿੱਚ ਆਪਾਂ ਬਹੁਤ ਵਿਸਤਾਰਪੂਰਵਕ ਜੋ ਹੈ ਇਸ ਦੇ ਵਿੱਚ ਕਲਾਸ ਵਿੱਚ ਜੋ ਆਪਾਂ ਮੈਂ ਤੁਹਾਨੂੰ ਦੱਸਿਆ ਇਸ ਦੇ ਬਾਰੇ ਵਿੱਚ। ਤਾਂ ਜੋ ਵੀ ਵਿਦਿਆਰਥੀ ਕੰਪਲੀਟ ਕਲਾਸ ਮੇਰੀ ਦੇਖਦੇ ਨੇ, ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ, ਨਿਯਮ ਪ੍ਰਣਾਮ, ਨਮਸਕਾਰ, ਧੰਨਵਾਦ।